मेरे सच्चा साज सतगुर मेरा सबस का दाता। सतगुर मेरा पुरख विधाता। गुर जैसा नाही को देव जिस मस्तक भाग। सोला का सेव दर्शन श्री हरि कृष्ण को। निपुण हर जुर तीन चरण मनोहर बंदना। जिन सिखन सुख कीन तेग बहादुर धर्म ध्वज। हरता तुरकन मूल चरण शरण तरन तारण। नमो होए अनुकूल। परम सत्कारयोग जुगो जुग अटल चवर छतर तखत दे मालक। धन धन गुरु ग्रंथ साहिब महाराज जी की पावन पवित्र खजूरी के अंदर बहुत ही श्रद्धा के नाल बड़े प्रेम सहित आप गुरबाणी का कीर्तन सरवण कर रहे सी। अज नौवें पातशाह धन धन गुरु तेग बहादुर साहिब महाराज उन्हां दा गुरता गद्दी ते विराजमान होने का दिवस और 8वें पातशाह श्री गुरु हरकृष्ण साहिब महाराज दीन दुखियां दे सहारे सतगुरु उन्हां दा ज्योति जोत समाउण दा दिवस है। आओ इन्हां दो पुरबां दे संबंध विच विचार की हाजरी सारी संगत ने असीस बख्शनी फतेह प्रवान करनी जी। वाहिगुरु जी का खालसा वाहिगुरु जी की फतेह। मेरी पीढ़ी के मालक श्री गुरु हरगोबिंद साहब महाराज जी के 5 सपुत्रां दे विचों सब तो छोटे सपुत्र 5वें सपुत्र श्री गुरु तेग बहादुर साहब महाराज जिन्हां दा प्रकाश 1621 ईस्वी नूं गुरु के महल अमृतसर की पावन धरती ते होया। माता नानकी जी के उदर तो माता नानकी जी जो कि बाबा बकाला साहब तो उथों के निवासी सन ते उन्हां दे उदर तो महाराज जी का प्रकाश होया। गुरु तेग बहादुर साहब जी का अमृत वेला सी। 6वें पातशाह महाराज जी को खबर मिली तो वो अपने नाल बाबा बुढ़ा साहब जी को सत्कारयोग भाई गुरदास साहब जी को अते बहुत सूरबीर योधे बाबा विधि चंद जी को इत्यादि होर गुरसिखां नूं अपने नाल लैके अपने निवास स्थान ते पहुंचे गुरु के महल। सतगुरु महाराज गुरु तेग बहादुर साहब महाराज जी ने अपने सपुत्र नूं शीश निवा नमस्कार की
ਤਾਂ ਬਾਬਾ ਵਿਧੀ ਚੰਦ ਜੀ ਨੇ ਪੁੱਛਿਆ ਵੀ ਮਹਾਰਾਜ ਇਹ ਨਵੀਂ ਰੀਤ ਨਵੀਂ ਰਮਜ ਇਹਦਾ ਕੀ ਭਾਵ ਹੈ? ਕਿਉਂਕਿ ਪੁੱਤਰ ਪਿਤਾ ਨੂੰ ਨਮਸਕਾਰ ਕਰੇ ਇਹ ਤੇ ਜਗਤ ਦੀ ਰੀਤ ਹੈ। ਇੱਥੇ ਅਨੋਖੀ ਗੱਲ ਅਸੀਂ ਵੇਖੀ ਹੈ ਕਿ ਪਿਤਾ ਦੇ ਵੱਲੋਂ ਨਵ ਜਨਮੇ ਬੱਚੇ ਨੂੰ ਥੋੜਾ ਸੀਸ ਨਿਵਾਇਆ ਗਿਆ ਹੈ, ਖਾਸ ਅਦਬ ਦਿੱਤਾ ਗਿਆ ਹੈ। ਇਹਦਾ ਕੀ ਕਾਰਨ ਹੈ? ਜਦੋਂ ਬਾਬਾ ਵਿਧੀ ਚੰਦ ਜੀ ਨੇ ਇਹ ਪੁੱਛਿਆ ਤਾਂ ਮਹਾਰਾਜ ਸਤਿਗੁਰੂ ਜੀ ਨੇ ਉੱਥੇ ਜੋ ਵਚਨ ਕਹੇ ਸੀ, ਇਤਿਹਾਸਕ ਗ੍ਰੰਥਾਂ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਮਹਾਰਾਜ ਕਹਿੰਦੇ ਦੀਨ ਰਚਕ ਸੰਕਟ ਹਰੈ, ਕਿ ਇਹ ਦੀਨ ਦੁਖੀਆਂ ਦੇ ਦੁੱਖ ਦੇ ਵਿੱਚ ਉਹਨਾਂ ਦਾ ਸਹਾਰਾ ਬਣੇਗਾ ਤੇ ਧਰਤੀ ਦੇ ਉੱਤੇ ਆਏ ਵੱਡੇ ਤੋਂ ਵੱਡੇ ਸੰਕਟ ਨੂੰ ਇਹ ਦੂਰ ਕਰਨ ਦੀ ਸਮਰੱਥਾ ਰੱਖਦਾ ਹੈ। ਬੜੀ ਮਹਾਨ ਰੂਹ ਇਉਂ ਮਹਾਰਾਜ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਜਨਮ ਸਮੇਂ ਇਹ ਜਿਹੜੇ ਬੋਲ ਕੀਤੇ ਸਨ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਐਸੇ ਪਰਉਪਕਾਰੀ ਵਿਅਕਤੀ ਦੇ, ਤਿਆਗ ਵਿਅਕਤੀ ਦੇ, ਇਹ ਵੀ ਜ਼ਿਕਰ ਆਉਂਦਾ ਵੀ ਉਹਨਾਂ ਦਾ ਨਾਮ ਵੀ ਪਹਿਲਾਂ ਤਿਆਗ ਮੱਲ ਰੱਖਿਆ ਗਿਆ ਸੀ। ਲੱਗਦਾ ਵੀ ਹੈ, ਮੰਨਣ 'ਚ ਵੀ ਆਉਂਦਾ ਹੈ, ਕਿਉਂਕਿ ਮਹਾਰਾਜ ਦੇ ਇੱਕ ਸੁਪੁੱਤਰ ਦਾ ਨਾਮ ਸੂਰਜ ਮੱਲ ਵੀ ਹੈ। ਇਸੇ ਤਰ੍ਹਾਂ ਇਹਨਾਂ ਦਾ ਨਾਮ ਤਿਆਗ ਮੱਲ ਜ਼ਿਕਰ ਆਉਂਦਾ ਵੀ ਰੱਖਿਆ। ਤੇ ਜਦੋਂ ਫਿਰ ਮਹਾਰਾਜ ਜੀ ਨੇ ਚੌਥੀ ਜੰਗ ਦੇ ਵਿੱਚ ਕਰਤਾਰਪੁਰ ਦੀ ਧਰਤੀ ਤੇ ਯੁੱਧ ਕਲਾ ਦੇ ਆਪਣੇ ਕਰਤੱਵ ਵਿਖਾਏ, ਜਿਹੜੇ ਪੈਂਦੇ ਖਾਨ ਦੇ ਨਾਲ ਜਦੋਂ ਜੰਗ ਹੋਈ ਹੈ ਤਾਂ ਉਹਨਾਂ ਨੇ ਐਸੀ ਤੇਗ ਚਲਾਈ, ਮਹਾਰਾਜ ਜੀ ਨੇ ਉਹਨਾਂ ਦੀ ਬੜੀ ਬਹਾਦਰੀ ਨੂੰ ਵੇਖ ਕੇ ਨਾਮ ਉਹਨਾਂ ਦਾ ਤਿਆਗ ਮੱਲ ਤੋਂ ਤੇਗ ਬਹਾਦਰ ਰੱਖ ਦਿੱਤਾ। ਤੇ ਜਦੋਂ ਬਾਬਾ ਗੁਰਦਿੱਤਾ ਜੀ ਦਾ ਵਿਆਹ ਸੀ ਉਦੋਂ ਸਤਿਗੁਰੂ ਮਹਾਰਾਜ ਦੀ ਅਰਬਲਾ ਜੇ ਛੋਟੀ ਹੀ ਸੀ। ਬਾਬਾ ਗੁਰਦਿੱਤਾ ਜੀ ਵੱਡੇ ਸੁਪੁੱਤਰ ਸਨ ਪੰਜਾਂ ਦੇ ਵਿੱਚ, ਸਭ ਤੋਂ ਵੱਡੇ ਬਾਬਾ ਗੁਰਦਿੱਤਾ ਜੀ ਤੇ ਸਭ ਤੋਂ ਛੋਟੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ। ਜਦੋਂ ਬਾਬਾ ਗੁਰਦਿੱਤਾ ਜੀ ਦਾ ਵਿਵਾਹ ਸੀ, ਸਾਰੀ ਤਿਆਰੀ ਹੋ ਰਹੀ ਤੇ ਮਾਤਾ ਨਾਨਕੀ ਜੀ ਨੇ ਵੀ ਬਹੁਤ ਹੀ ਸੋਹਣਾ ਜਿਹਾ ਪੁਸ਼ਾਕਾ ਮਹਾਰਾਜ ਦੇ ਵਾਸਤੇ ਤਿਆਰ ਕਰਕੇ ਪਹਿਨਾਇਆ ਹੋਇਆ ਹੈ। ਤੇ ਗੁਰੂ ਸਾਹਿਬ ਜੀ ਦੀ ਨਿਗਾਹ ਜਾਂਦੀ ਹੈ, ਇੱਕ ਗਰੀਬੜਾ ਜਿਹਾ ਵਸਤਰ, ਉਹਦੇ ਫਟੇ ਪੁਰਾਣੇ ਮੈਲੇ ਕੁਚੈਲੇ, ਠੰਡ ਨਾਲ ਠਰੂ ਠਰੂ ਕਰਦਾ ਘਰ ਦੇ ਬੂਹੇ ਵੱਲ ਵੇਖੀ ਜਾ ਰਿਹਾ ਹੈ। ਤੇ ਸਭ ਦਾ ਧਿਆਨ ਤਾਂ ਉਸ ਵੇਲੇ ਉਸ ਖੁਸ਼ੀ ਦੇ ਮਾਹੌਲ ਵਿੱਚ ਸੀ, ਪਰ ਮਹਾਰਾਜ ਦਾ ਧਿਆਨ ਉਸ ਦੀਨ ਦੁਖੀ ਉੱਤੇ ਗਿਆ। ਉਸ ਨੂੰ ਮਹਾਰਾਜ ਨੇ ਆਪਣੇ ਕੋਲ ਬੁਲਾਇਆ ਤੇ ਆਪਣੇ ਵਾਲੇ ਪੁਸ਼ਾਕੇ ਉਹਨੂੰ ਪਹਿਨਾ ਦਿੱਤੇ, ਸਾਰੇ ਨਵੀਂ ਪੁਸ਼ਾਕ। ਤੇ ਜਦੋਂ ਮਾਤਾ ਜੀ ਦੇ ਕੋਲ ਗਏ ਤੇ ਮਾਤਾ ਜੀ ਨੇ ਹੈਰਾਨ ਹੋ ਕੇ ਪੁੱਛਿਆ, ਪੁੱਤਰ ਜੀ ਤੁਹਾਨੂੰ ਨਵੀਂ ਪੁਸ਼ਾਕ ਪਹਿਨਾਈ ਸੀ, ਕਿੱਥੇ ਹੈ? ਤਾਂ ਉਹਨੇ ਦੱਸਿਆ ਕਿ ਮਾਂ ਮੈਨੂੰ ਤੇ ਹੋਰ ਵੀ ਪੁਸ਼ਾਕ ਤੁਸੀਂ ਪਹਿਨਾ ਦਿਓਗੇ, ਪਰ ਉਹ ਬਹੁਤ ਗਰੀਬ ਜਿਹਾ ਮੇਰਾ ਇੱਕ ਸਾਥੀ ਹਾੜੀ ਬੱਚਾ ਸੀ, ਮੈਂ ਉਹਨੂੰ ਪਹਿਨਾ ਦਿੱਤੀ ਹੈ। ਸੋ ਐਸੀ ਬਿਰਤੀ ਦੇ ਮਾਲਕ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ। ਜਦੋਂ ਸਤਿਗੁਰੂ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦਿੱਲੀ ਦੀ ਧਰਤੀ ਤੇ ਨੇ, ਉਹਨਾਂ ਨੇ ਉੱਥੇ ਬੜੇ ਪਰਉਪਕਾਰ ਕੀਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ। ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਉਹ ਵੀ ਰਿਸ਼ਤੇ ਵਜੋਂ ਅਸੀਂ ਜਦੋਂ ਦੇਖਦੇ ਹਾਂ ਜੋ ਸੁਨਵਰ ਹੈ, ਕਿਉਂਕਿ ਮਹਾਰਾਜ ਜੀ ਦੇ ਜਿਹੜੇ ਬਾਬਾ ਗੁਰਦਿੱਤਾ ਜੀ ਛੇਵੇਂ ਪਾਤਸ਼ਾਹ ਦੇ ਪੁੱਤਰ ਸਨ। ਬਾਬਾ ਗੁਰਦਿੱਤਾ ਜੀ ਗੁਰੂ ਤੇਗ ਬਹਾਦਰ ਜੀ ਦੇ ਸਕੇ ਭਰਾ ਨੇ ਤੇ ਬਾਬਾ ਗੁਰਦਿੱਤਾ ਜੀ ਉਹਨਾਂ ਦਾ ਵਿਵਾਹ ਬਟਾਲੇ ਦੀ ਧਰਤੀ ਤੇ ਬੀਬੀ ਅਨੰਤੀ ਨਾਲ ਹੋਇਆ। ਛੇਵੇਂ ਪਾਤਸ਼ਾਹ ਮਹਾਰਾਜ ਜੀ ਦੀ ਨੂੰਹ ਬੀਬੀ ਅਨੰਤੀ। ਤਾਂ ਬੀਬੀ ਅਨੰਤੀ ਅਤੇ ਬਾਬਾ ਗੁਰਦਿੱਤਾ ਜੀ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ, ਉਹਦਾ ਨਾਮ ਰੱਖਿਆ ਗਿਆ ਧੀਰਮਲ। ਜਦੋਂ ਧੀਰਮਲ ਦਾ ਜਨਮ ਹੋਇਆ ਨਾ ਤਾਂ ਮਹਾਰਾਜ ਜੀ ਨੇ ਐਸੇ ਕਹਿੰਦੇ ਰਮਜ ਭਰੇ ਵਚਨ ਵੀ ਕਹੇ ਸੀ, ਕਹਿੰਦੇ ਫੇਰ ਆ ਗਿਆ। ਗੁਰਸਿੱਖਾਂ ਪੁੱਛਿਆ ਵੀ ਮਹਾਰਾਜ ਕੌਣ ਆ ਗਏ? ਕਹਿਣ ਲੱਗੇ ਤਾਇਆ ਪਿਰਥੀ ਚੰਦੀ।
ਸੰਗਤ ਨੂੰ ਕਿਹਾ ਕਿ ਮਾਲਕ ਇਸ ਬਾਲਕ ਨੂੰ ਧੀਰਜ ਦੇਵੇ ਤੇ ਸਾਧ ਸੰਗਤ ਜੀ ਆਪਾਂ ਇਹਦਾ ਨਾਮ ਧੀਰ ਮਲ ਰੱਖਦੇ। ਪਰ ਧੀਰ ਮਲ ਨੂੰ ਧੀਰਜ ਆਇਆ ਕੋਈ ਨਹੀਂ, ਉਹ ਸਾਰੀ ਜ਼ਿੰਦਗੀ ਕਲਪਨਾ ਹੀ ਕਰਦਾ ਰਿਹਾ, ਕਲਪਦਾ ਰਿਹਾ। ਤੇ ਮਹਾਰਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਹੁਣ ਦੂਸਰਾ ਪੁੱਤਰਾ ਬਾਬਾ ਗੁਰਦਿੱਤਾ ਜੀ ਦੇ ਘਰ ਬੀਬੀ ਅਨੰਤੀ ਤੋਂ ਦੂਸਰੇ ਪੁੱਤਰ ਦਾ ਜਨਮ ਹੋਇਆ। ਉਹਨਾਂ ਦਾ ਨਾਮ ਰੱਖਿਆ ਹਰਿ ਰਾਏ। ਮਹਾਰਾਜ ਜੀ ਨੇ ਉਦੋਂ ਵਚਨ ਕਹੇ ਸੀ ਕਿ ਤੇ ਹਰੀ ਆਪ ਹੀ ਆ ਗਏ ਸਾਡੇ ਘਰ, ਹਰੀ ਪਰਮਾਤਮਾ ਉਹਦਾ ਹੀ ਰੂਪ ਆ ਗਿਆ। ਤੇ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ, ਉਹਨਾਂ ਦਾ ਵਿਆਹ ਜਿਹੜਾ ਯੂਪੀ ਦੇ ਵਿੱਚ ਅਨੂਪ ਨਗਰ ਦੇ ਵਿੱਚ ਹੋਇਆ ਸੀ ਬੀਬੀ ਕ੍ਰਿਸ਼ਨ ਕੌਰ ਜੀ ਦੇ ਨਾਲ। ਗੁਰੂ ਹਰਿਰਾਏ ਸਾਹਿਬ ਮਹਾਰਾਜ ਤੇ ਬੀਬੀ ਕ੍ਰਿਸ਼ਨ ਕੌਰ ਜੀ, ਉਹਨਾਂ ਦੇ ਘਰ ਇੱਕ ਸਪੁੱਤਰ ਦਾ ਜਨਮ ਹੋਇਆ ਜਿਹਦਾ ਨਾਮ ਰੱਖਿਆ ਗਿਆ ਰਾਮ ਰਾਏ। ਇੱਕ ਬਾਲਕ ਹੋਰ ਜਨਮਿਆ, ਉਸ ਦਾ ਨਾਮ ਅੱਧਾ ਨਾਮ ਪਿਤਾ ਜੀ ਤੋਂ ਲੈ ਕੇ ਅੱਧਾ ਨਾਮ ਮਾਤਾ ਜੀ ਤੋਂ ਲੈ ਕੇ, ਕਿਉਂਕਿ ਪਿਤਾ ਜੀ ਦਾ ਨਾਮ ਹਰਿ ਰਾਏ ਜੀ ਤੇ ਮਾਤਾ ਦਾ ਨਾਮ ਹੈ ਕ੍ਰਿਸ਼ਨ ਕੌਰ, ਤੇ ਨਾਮ ਰੱਖਿਆ ਹਰਿ ਕ੍ਰਿਸ਼ਨ। ਤੇ ਸਤਿਗੁਰੂ ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਜਦੋਂ ਜੋਤੀ ਜੋਤ ਸਮਾਏ ਤਾਂ ਉਹਨਾਂ ਨੇ ਆਪਣੇ ਛੋਟੇ ਸੁਪੁੱਤਰ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ। ਕਈਆਂ ਨੇ ਫਿਰ ਉਦੋਂ ਸ਼ੰਕੇ ਵੀ ਖੜੇ ਕੀਤੇ ਵੀ ਇਹ ਤੇ ਬਹੁਤ ਛੋਟੀ ਉਮਰ ਦਾ ਇੱਕ ਬਾਲਕ ਹੈ, ਇਹ ਕਿਸ ਤਰ੍ਹਾਂ ਗੁਰਿਆਈ ਤੇ ਬੈਠ ਸਕਦਾ ਹੈ। ਕਈਆਂ ਨੇ ਇਸ ਤਰ੍ਹਾਂ ਦੀਆਂ ਬੁਝਤਾਂ ਵੀ ਕੀਤੀਆਂ। ਇੱਕ ਕੋੜੀ ਲੜਕੇ ਨੂੰ ਜਦੋਂ ਮਹਾਰਾਜ ਜਾ ਰਹੇ ਸੀ ਨਾ ਦਿੱਲੀ ਵੱਲ, ਤੇ ਰਾਹ ਦੇ ਵਿੱਚ ਇੱਕ ਕੋੜੀ ਰੋਗੀ ਨੂੰ ਮਹਾਰਾਜ ਦੇ ਅੱਗੇ ਲਟਾ ਦਿੱਤਾ। ਕਹਿੰਦੇ ਬੇਨਤੀ ਕਰੋ ਮਹਾਰਾਜ ਨੂੰ ਵੀ ਇਹਨੂੰ ਠੀਕ ਕਰੋ। ਉਹ ਈਰਖਾਲੂ ਲੋਕਾਂ ਦਾ ਕੰਮ ਸੀ ਵੀ ਇਹ ਤੇ ਛੋਟੇ ਨੇ, ਬਾਲਕ ਨੇ, ਇਹਨਾਂ ਦੇ ਕੋਲੋਂ ਠੀਕ ਤੇ ਹੋਣਾ ਕੋਈ ਨਹੀਂ, ਇਹ ਤੇ ਅਸੀਂ ਰੌਲਾ ਪਾ ਦਿਆਂਗੇ ਵੀ ਦੇਖੋ ਇਹਨਾਂ ਕੋਲੇ ਕੋਈ ਅਜ਼ਮਤ ਨਹੀਂ। ਪਰ ਜਦੋਂ ਉਹ ਕੋੜ ਦਾ ਰੋਗੀ ਮਹਾਰਾਜ ਦੇ ਚਰਨਾਂ 'ਚ ਦੇਖ ਕੇ ਰੋਇਆ, ਬੇਨਤੀ ਕੀਤੀ, ਤਾਂ ਮਹਾਰਾਜ ਨੇ ਇੱਕ ਆਪਣਾ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਰੁਮਾਲ ਉਹਦੇ ਤਨ ਦੇ ਉੱਤੇ ਸੁਹਾਇਆ ਤੇ ਸਤਨਾਮ ਦਾ ਉਹਦੇ ਕੋਲੋਂ ਜਾਪ ਕਰਾਇਆ, ਤੇ ਮਹਾਰਾਜ ਦੀ ਮਿਹਰ ਦੀ ਦ੍ਰਿਸ਼ਟੀ ਦੇ ਨਾਲ ਉਹ ਕੋੜ ਦਾ ਰੋਗੀ ਆਸਤੇ ਆਸਤੇ ਅਰੋਗ ਹੋ ਗਿਆ, ਠੀਕ ਹੋ ਗਿਆ। ਉਹਨੂੰ ਅਸੀਸ ਦੇ ਕੇ ਗਏ ਮਹਾਰਾਜ। ਤੇ ਉੱਥੋਂ ਚੱਲਦੇ ਚੱਲਦੇ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਰੋਪੜ ਪਹੁੰਚਦੇ ਨੇ, ਉੱਥੇ ਇੱਕ ਰਾਜਾ ਰਾਮ ਨਾਮ ਦਾ ਚੌਧਰੀ ਉਹ ਆਇਆ ਮਹਾਰਾਜ ਦੇ ਦਰਸ਼ਨ ਕਰਨ। ਪਰ ਮਹਾਰਾਜ ਇੱਕਦਮ ਅਚੰਭਤ ਹੋ ਗਏ, ਜਿੱਦਾਂ ਕੋਈ ਆਪਾਂ ਦੇਖੀ ਨਾ ਵੀ ਇੱਧਰੋਂ ਹੁਣ ਦਰਬਾਰ ਦੇ ਵਿੱਚ ਕੋਈ ਸ਼ਰਾਬੀ ਵਿਅਕਤੀ ਅੰਦਰ ਆਉਂਦਾ ਹੋਵੇ ਤੇ ਆਪਾਂ ਸਾਰਿਆਂ ਦਾ ਧਿਆਨ ਉੱਧਰ ਨੂੰ ਜਾਂਦਾ ਤੇ ਆਪਾਂ ਕਹਿੰਦੇ ਮੈਨੂੰ ਕੱਢੋ, ਬਾਹਰ ਕੱਢੋ। ਤੇ ਮਹਾਰਾਜ ਇੱਕਦਮ ਅਚੰਭਤ ਹੋ ਕੇ ਕਹਿੰਦੇ ਉਹ ਜਿਹੜਾ ਆ ਰਿਹਾ ਨਾ ਰਾਜਾ, ਉਹਨੂੰ ਅੰਦਰ ਨਹੀਂ ਆਉਣ ਦੇਣਾ। ਭਾਈ ਗੁਰਸਿੱਖੋ ਉਹਨੂੰ ਕਹੇ ਵੀ ਤੂੰ ਜਾ ਭਾਈ ਜਿੱਧਰੋਂ ਆਇਆ। ਤੇ ਉਹ ਕਹੇ ਵੀ ਮੈਂ ਜਾਣਾ ਮਹਾਰਾਜ ਕੋਲ। ਸਿੱਖਾਂ ਨੇ ਕਿਹਾ ਵੀ ਨਹੀਂ, ਤੇ ਉਹਨੂੰ ਬਾਹਰ ਕੱਢ ਦਿੱਤਾ। ਕਈਆਂ ਨੇ ਸਵਾਲ ਕੀਤਾ ਮਹਾਰਾਜ ਜੀ, ਸਤਿਗੁਰੂ ਅਸੀਂ ਤੇ ਇਹ ਕਹਿੰਦੇ ਆ ਵੀ ਇੱਥੇ ਤੇ ਜੋ ਜੀ ਆਵੇ ਸੋ ਰਾਜੀ ਜਾਵੇ। ਮਹਾਰਾਜ ਇਹਨੂੰ ਆਏ ਨੂੰ ਧੱਕੇ ਪਏ ਵਿਚਾਰੇ, ਕੀ ਕਾਰਨ? ਦੋ ਵਿਅਕਤੀਆਂ ਦਾ ਜ਼ਿਕਰ ਆਉਂਦਾ ਹੈ, ਹੋਰ ਵੀ ਕੁਬੜਗੇ ਐਸੇ, ਪਰ ਦੋ ਦਾ ਖਾਸ ਕਰਕੇ ਆਉਂਦਾ ਜਿਹਨੂੰ ਗੁਰੂ ਦਰਬਾਰ ਵਿੱਚੋਂ ਧੱਕੇ ਪਏ। ਇਹਨੂੰ ਵੀ ਪਹਿਲਾਂ ਧੱਕੇ ਮਾਰੇ ਗਏ ਵੀ ਜਾ ਤੂੰ ਚਲਾ ਜਾ ਇੱਥੋਂ। ਤੇ ਪੈਂਦੇ ਖਾਨੇ ਵੀ ਜਦੋਂ ਕੁਤਾਹੀ ਕੀਤੀ ਸੀ, ਫਿਰ ਬਾਬਾ ਵਿਧੀ ਚੰਦ ਜੀ ਨੇ ਦੀਵਾਨ ਦੇ ਵਿੱਚੋਂ ਕੁੱਟ ਕੇ ਉਹਨੂੰ ਬਾਹਰ ਕੱਢਿਆ ਸੀ। ਜਦੋਂ ਗੁਰੂ ਸਾਹਿਬਾਨਾਂ ਦੇ ਸ਼ਾਨ ਦੇ ਖਿਲਾਫ ਬਹੁਤ ਕੁਝ ਬੋਲਿਆ ਸੀ ਆ ਕੇ, ਤਾਂ ਮਹਾਰਾਜ ਜੀ ਕੋਲ ਇਹਨੇ ਰੋ ਕੇ ਤਰਲਾ ਕੀਤਾ ਰਾਜਾ ਰਾਮ ਨੇ ਵੀ ਮੇਰਾ ਗੁਨਾਹ ਕੀ ਹੈ। ਮਹਾਰਾਜ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਉਹਨੂੰ ਦੱਸਿਆ ਵੀ ਤੇਰੇ ਘਰ ਤਾਂ ਬੱਚੀ ਦਾ ਕਤਲ ਹੋਇਆ, ਧੀ ਦਾ ਕਤਲ ਹੋਇਆ, ਤੇ ਇੱਕ ਮਾਸੂਮ ਬੱਚੀ ਦੇ ਕਾਤਲ ਪਰਿਵਾਰ ਨੂੰ ਅਸੀਂ ਆਪਣੇ ਦਰਬਾਰ 'ਚ ਨਹੀਂ ਆਉਣ ਦੀ ਆਗਿਆ ਦੇ ਸਕਦੇ। ਉਹਨੇ ਜਦੋਂ ਪਤਾ ਕੀਤਾ, ਰਾਣੀਆਂ ਨੇ ਗੁਨਾਹ ਕਬੂਲਿਆ
ਤਾਂ ਫਿਰ ਮਹਾਰਾਜ ਦੇ ਕੋਲੋਂ ਨੇ ਖਿਮਾ ਮੰਗੀ ਤੇ ਰਾਜਾ ਰਾਮ ਨੇ ਫਿਰ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਹਜ਼ੂਰ ਬੈਠ ਕੇ ਉਹਨਾਂ ਕੋਲੋਂ ਅਸ਼ੀਰਵਾਦ ਲਿਆ। ਐਸੇ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਫਿਰ ਜਦੋਂ ਚੱਲਦੇ ਚੱਲਦੇ ਰੋਪੜ ਤੋਂ ਅਗਾਂਹ ਫਿਰ ਜਾਂਦੇ ਨੇ ਪੰਜੋਖੜੇ, ਉੱਥੇ ਲਾਲ ਚੰਦ ਦੇ ਭਾਣ ਨੂੰ ਤੋੜਿਆ ਮਹਾਰਾਜ ਜੀ ਨੇ। ਉਹਦੇ ਮਨ ਵਿੱਚ ਵੀ ਬੜੇ ਸ਼ੰਕੇ ਸਨ, ਉਹਦੇ ਸ਼ੰਕਿਆਂ ਦੀ ਨਿਵਰਤੀ ਕਰਾਈ। ਛੱਜੂ ਦੇ ਸੀਸ ਉੱਤੇ ਮਹਾਰਾਜ ਨੇ ਆਪਣੀ ਰਹਿਮਤਾਂ ਬਖਸ਼ਿਸ਼ਾਂ ਭਰੀ ਛੜੀ ਰੱਖ ਕੇ ਤੇ ਉਹ ਗੁਰੂ ਸਾਹਿਬ ਮਹਾਰਾਜ ਦੇ ਕੋਲੋਂ ਖਿਮਾ ਮੰਗਦਾ। ਗੁਰੂ ਸਾਹਿਬ ਦਾ ਸੇਵਕ ਬਣ ਗਿਆ ਸੀ ਲਾਲ ਚੰਦ, ਕਿਉਂਕਿ ਗੁਰੂ ਦੀ ਜਿਹੜੀ ਦ੍ਰਿਸ਼ਟੀ ਹੈ ਉਹ ਅਮੇ ਦ੍ਰਿਸ਼ਟੀ ਅੰਮ੍ਰਿਤਮਈ ਦ੍ਰਿਸ਼ਟੀ ਹੈ। ਅਮੇ ਦ੍ਰਿਸ਼ਟ ਸ਼ੁਭ ਕਰੇ ਹਰਿ ਅਗ ਪਾਪ ਸਕਲ ਮਨ, ਕਾਮ ਕ੍ਰੋਧ ਲੋਭ ਵਸ ਕਰੇ ਸਭੈ ਬਲ, ਸਦਾ ਸੁਖ ਮਨ ਵਸੈ ਦੁਖ ਸੰਸਾਰ ਖੋਵੈ, ਗੁਰ ਨਭ ਨੇ ਦਰਿਆਓ ਜਨਮ ਹਮ ਕਾਲਕ ਧੋਵੈ, ਸੋ ਕਹੁ ਟਲ ਗੁਰ ਸੇਵੀਐ ਅਹਨ ਸਹਿਜ ਸੁਭਾਏ, ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਫਿਰ ਮਹਾਰਾਜ ਜੀ ਦਿੱਲੀ ਪਹੁੰਚੇ। ਦਿੱਲੀ ਉੱਥੇ ਰਹਿੰਦਿਆਂ ਬਹੁਤ ਸਾਰੇ ਜਦੋਂ ਕਾਲ ਪੈ ਗਿਆ, ਬਿਮਾਰੀ ਫੈਲ ਗਈ, ਮਹਾਰਾਜ ਨੇ ਉਹਨੂੰ ਬੜਿਆਂ ਨੂੰ ਆਪਣੀ ਮਿਹਰ ਦੇ ਨਾਲ ਦਵਾ ਬੂਟੀ ਰਾਹੀਂ ਵੀ ਤੇ ਆਪਣੀ ਅਜਬਤ ਰਾਹੀਂ ਵੀ ਮਹਾਰਾਜ ਨੇ ਸਭ ਨੂੰ ਅਰੋਗ ਦਿੱਤਾ। ਤਾਂ ਹੀ ਉਹਨਾਂ ਦੇ ਨਾਮ ਦੇ ਨਾਲ ਐਸਾ ਇੱਕ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਜੋ ਸਿਫਤ ਕੀਤੀ ਕਿ ਡਿੱਠੇ ਮਹਾਰਾਜ ਸਤਿਗੁਰੂ ਜੀ ਦੇ ਦਰਸ਼ਨ ਕਰਨ ਦੇ ਨਾਲ, ਉਹਨਾਂ ਨੂੰ ਡਿੱਠਣ ਦੇ ਨਾਲ ਸਾਰੇ ਦੁੱਖ ਜਿਹੜੇ ਹੈ ਉਹ ਦੂਰ ਹੋ ਜਾਂਦੇ ਨੇ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜਿਸ ਡਿੱਠੇ ਸਭ ਦੁੱਖ ਜਾਏ। ਤੇ ਮਹਾਰਾਜ ਜੀ ਨੇ ਉੱਥੇ ਰਹਿੰਦਿਆਂ ਇੱਕ ਐਸੀ ਦ੍ਰਿੜਤਾ ਵੀ ਰੱਖੀ। ਜਦੋਂ ਬੜਾ ਯਤਨ ਕੀਤਾ ਔਰੰਗਜ਼ੇਬ ਨੂੰ, ਮਹਾਰਾਜ ਕਹਿੰਦੇ ਨਹੀਂ ਭਾਈ, ਸਾਡੇ ਪਿਤਾ ਗੁਰੂ ਦਾ ਵਚਨ ਸੀ ਕਿ ਨਹਿ ਮਲੇਸ਼ ਕੋ ਦਰਸ਼ਨ ਦੇ। ਫਿਰ ਜਦੋਂ ਔਰੰਗਜ਼ੇਬ ਨੂੰ ਦਰਸ਼ਨ ਨਾ ਨਸੀਬ ਹੋਏ, ਉਹਦਾ ਸੁਪੁੱਤਰ ਸਹਿਜਾਦਾ ਆਇਆ, ਉਹਨੂੰ ਮਹਾਰਾਜ ਨੇ ਇੱਕ ਬਾਣੀ ਦਾ ਸ਼ਬਦ ਲਿਖ ਕੇ ਦਿੱਤਾ ਸੀ, ਕਿਆ ਖਾਧਾ ਕਿ ਬਹਿਦੇ ਹੋਏ ਜਾ ਮਰ ਨਾਹੀ ਸੱਚਾ ਸੋਏ, ਕਿ ਉਹਨੂੰ ਇਸ ਉਪਦੇਸ਼ ਹੈ, ਇਹਦੇ ਤੇ ਅਮਲ ਕਰੇ, ਇਹਨੂੰ ਵਿਚਾਰੇ। ਤੇ ਮਹਾਰਾਜ ਜੀ ਫਿਰ ਦਿੱਲੀ ਵਿੱਚ ਰਹਿੰਦੇ ਹੀ ਜਦੋਂ ਅੰਤਲਾ ਸਮਾਂ ਆਇਆ ਤਾਂ ਗੁਰਸਿੱਖਾਂ ਨੂੰ, ਉਦੋਂ ਭਾਈ ਦਰਗਾਹ ਮੱਲ ਜੀ ਕੋਲੇ ਸਨ ਮਹਾਰਾਜ ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਤਾਂ ਉਹਨਾਂ ਦੇ ਰਾਹੀਂ ਫਿਰ ਸਾਰਾ ਇਹ ਇੱਕ ਮਹਾਰਾਜ ਨੇ ਅਸੀਸ ਦਿੱਤੀ ਤੇ ਵਚਨ ਕਹੇ ਸੀ ਵੀ ਬਾਬਾ ਬਕਾਲੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਉਹਨਾਂ ਨੇ ਉੱਥੇ ਗੁਰਤਾ ਗੱਦੀ ਬਖਸ਼ਿਸ਼ ਕੀਤੀ ਤੇ ਗੁਰਸਿੱਖਾਂ ਨੂੰ ਬਕਾਲੇ ਦੀ ਧਰਤੀ ਤੇ ਭੇਜਿਆ। ਜ਼ਿਕਰ ਆਉਂਦਾ ਵੀ ਗੁਰਿਆਈ ਦਾ ਕਾਰਜ ਜਿਹੜਾ ਉਹ ਮੱਖਣ ਸ਼ਾਹ ਜੀ ਦੇ ਪ੍ਰਗਟਾਉਣ ਤੋਂ ਪਹਿਲਾਂ ਇੱਕ ਵਾਰ ਸੰਪੂਰਨ ਹੋ ਚੁੱਕਾ ਸੀ, ਪਰ ਮਹਾਰਾਜ ਦਾ ਹੁਕਮ ਸੀ ਵੀ ਅਸੀਂ ਕੋਈ ਸਾਨੂੰ ਪ੍ਰਗਟ ਨਾ ਕਰੇ। ਹਾਲਾਤਾਂ ਨੂੰ ਵੇਖ ਲਿਆ, ਪਰ ਫਿਰ ਜਦੋਂ ਮੱਖਣ ਸ਼ਾਹ ਜੀ ਆਉਂਦੇ ਨੇ ਤੇ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਜੋ ਉਹਨਾਂ ਨੇ ਆਪਣੇ ਆਪ ਨੂੰ ਗੁਪਤ ਰੱਖਿਆ ਤੇ 22 ਮੰਜੀਦਾਰ ਬੈਠੇ ਥਾਂ ਥਾਈ ਗਏ, ਪਰ ਉਹਨਾਂ ਦੀ ਤਸੱਲੀ ਨਾ ਹੋਈ। ਫਿਰ ਜਦੋਂ ਸਤਿਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਹੋਏ, ਉਹਨਾਂ ਨੂੰ ਜਾ ਕੇ ਮਿਲੇ ਮੱਖਣ ਸ਼ਾਹ ਜੀ, ਤਾਂ ਉਹਨਾਂ ਨੇ ਫਿਰ ਦਰਸ਼ਨ ਕਰਕੇ ਕੋਠੇ ਤੇ ਚੜ੍ਹ ਕੇ ਰੌਲਾ ਪਾਇਆ ਕਿ ਗੁਰਲਾਧੋ ਰੇ ਗੁਰਲਾਧੋ ਰੇ। ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਫਿਰ ਜ਼ਾਹਰਾ ਤੌਰ ਤੇ ਪ੍ਰਤੱਖ ਹੋ ਕੇ ਗੁਰਤਾ ਗੱਦੀ ਤੇ ਵਿਰਾਜਮਾਨ ਹੋਏ। ਬਕਾਲੇ ਦੀ ਧਰਤੀ ਤੇ ਬਹੁਤ ਰੌਣਕਾਂ ਲੱਗੀਆਂ, ਬੜੀਆਂ ਸਤਿਗੁਰੂ ਜੀ ਨੇ ਬਖਸ਼ਿਸ਼ਾਂ ਰਹਿਮਤਾਂ ਵਰਤਾਈਆਂ। ਉੱਥੇ ਜਿਹੜਾ ਗੁਰਸਿੱਖਾਂ ਦੇ ਮਨ ਨੂੰ ਤਾਂ ਗੁਰਸਿੱਖਾਂ ਕੈ ਬਨ ਭਾਵਦੀ ਗੁਰ ਸਤਿਗੁਰ ਕੀ ਵਡਿਆਈ, ਪਰ ਜਿਹੜਾ ਚਾਨਣ ਹੈ ਉਹ ਜਿੱਥੇ ਸਾਰਿਆਂ ਨੂੰ ਚੰਗਾ ਲੱਗਦਾ ਹੈ ਉੱਥੇ ਉੱਲੂ ਨੂੰ ਚਾਨਣ ਨਹੀਂ ਸਿਖਾਉਂਦਾ। ਭਾਈ ਗੁਰਦਾਸ ਜੀ ਕਹਿੰਦੇ ਕਾਂ ਜਿਹੜਾ ਨਾ ਉਹਨੂੰ ਕਾਉ ਕਪੂਰ ਨਾ ਚੱਖੀ ਦੁਰਗੰਧ ਸੁਖਾਵੇ। ਕਾਂ ਦੇ ਅੱਗੇ ਬੜੇ ਸਵਾਦਲੇ ਪਕਵਾਨ ਰੱਖ ਦਿਓ, ਪਰ ਉਹਨੂੰ ਉਹਨਾਂ ਚਿਰ ਸਬਰ ਨਹੀਂ ਜਦੋਂ ਤੱਕ ਉਹ ਗੰਦਗੀ ਚ ਚੁੰਝ ਨਹੀਂ ਮਾਰਦਾ। ਉੱਲੂ ਨੂੰ ਚਾਨਣ ਚੰਗਾ ਨਹੀਂ ਲੱਗਦਾ। ਤੇ ਇਦਾਂ ਹੀ ਹੁਣ ਧੀਰ ਮੱਲ ਉਹ ਬੜੀ ਈਰਖਾ ਖਾਂਦਾ ਸੀ, ਤੇ ਉਹਨੇ ਜਦੋਂ ਧੀਰ ਮੱਲ ਨੇ ਝਗੜਾ ਕੀਤਾ ਸੀਹੇ ਮਸੰਦ ਦੇ ਰਾਹੀਂ ਮਹਾਰਾਜ ਜੀ ਤੇ ਹਮਲਾ ਵੀ ਕਰਵਾਇਆ, ਤੇ ਹਮਲਾ ਕਰਨ ਵਾਲੇ ਨੂੰ ਵੀ ਮਹਾਰਾਜ ਧੀਰ ਮੱਲ ਭਲੇ ਭਲੇ, ਧੀਰ ਮੱਲ ਭਲੇ ਦੇ ਸ਼ਬਦ ਕਹਿੰਦੇ। ਤੇ ਜਦੋਂ ਮੱਖਣ ਸ਼ਾਹ ਜੀ ਨੂੰ ਪਤਾ ਚੱਲਦਾ ਹੈ ਤੇ ਉਹ ਧੀਰ ਮੱਲ ਨੂੰ ਤਾਂ ਕੁਝ ਨਹੀਂ ਕਹਿੰਦੇ, ਪਰ ਸੀਹੇ ਮਸੰਦ ਜੀ ਨੇ ਗੋਲੀ ਚਲਾਈ ਸੀ ਉਹਦੀਆਂ ਮੁਸ਼ਕਾਂ ਬੰਨ੍ਹ ਲਿਆਉਂਦੇ ਨੇ।
ਨਾਲੇ ਸਾਰਾ ਸਾਜੋ ਸਮਾਨ ਵੀ ਲੈ ਆਉਂਦੇ ਨੇ। ਸਰੂਪ ਮਹਾਰਾਜ ਦਾ ਜੋ ਗੁਰੂ ਗ੍ਰੰਥ ਸਾਹਿਬ ਜੀ ਦਾ ਉਹ ਵੀ ਲੈ ਆਉਂਦੇ ਨੇ। ਪਰ ਤਿਆਗ ਦੀ ਮੂਰਤ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਸਭ ਕੁਝ ਵਾਪਸ ਕਰ ਦਿੱਤਾ। ਸਤਿਗੁਰੂ ਮਹਾਰਾਜ ਜੀ ਕਹਿੰਦੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਬਹੁਤ ਪਾਕ ਪਵਿੱਤਰ ਹੈ। ਇਸ ਨੂੰ ਲਿਆਉਣ ਦੀ ਜਿਹੜੀ ਤਰੀਕਾ ਹੈ, ਵਿਧੀ ਹੈ, ਉਹ ਵੀ ਸੋਹਣਾ ਹੀ ਹੋਣਾ ਚਾਹੀਦਾ। ਇਹ ਤਰੀਕਾ ਠੀਕ ਨਹੀਂ ਹੈ। ਐਸੇ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਿਨ੍ਹਾਂ ਦਾ ਅੱਜ ਗੁਰਤਾ ਗੱਦੀ ਵਿਰਾਜਮਾਨ ਦਿਵਸ ਅਤੇ ਸਤਿਗੁਰੂ ਮਹਾਰਾਜ ਜੀ ਦੇ ਪ੍ਰਤੀ ਇਹ ਵਚਨ ਕਹਿ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਕਿ ਬਾਬਾ ਵਸੈ ਗ੍ਰਾਮ ਬਕਾਲੇ ਬਨ ਗੁਰ ਸੰਗਤ ਸਗਲ ਸੰਭਾਲੇ, ਤੇ ਆਪ ਸਤਿਗੁਰੂ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੋਤੀ ਜੋਤ ਦਿੱਲੀ ਦੀ ਧਰਤੀ ਤੇ ਸਮਾ ਗਏ ਸਨ। ਤੇ ਬਾਬਾ ਬਕਾਲਾ ਸਾਹਿਬ ਦੀ ਧਰਤੀ ਦੇ ਉੱਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਗੁਰੂ ਰੂਪ ਹੋ ਕੇ, ਪ੍ਰਗਟ ਰੂਪ ਹੋ ਕੇ ਤੇਗ ਬਹਾਦਰ ਸਿਮਰਿਆ। ਘਰ ਨਾਉ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਐਸੇ ਸਤਿਗੁਰੂ ਦਰਸ਼ਨ श्री हरिकृष्ण को निपुण हर जुर दीन, चरण मनोहर बंदना जिन सिखन सुख कीन। तेग बहादुर धर्म तुझ हरता तुरकन मूल, चरण शरण तारण तरण नमो होए अनुकूल। सतगुरु कृपा कर सबना संतां नूं दरों पुरब सिੱਖੀ ਜੀਵਨ ਚੜ੍ਹਦੀ ਕਲਾ ਨਾਮ ਦਾ ਸਤਿਗੁਰੂ ਬਖਸ਼ਿਸ਼ ਕਰਨ। ਵਿਚਾਰਾ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ